ਉਹਨਾਂ ਨਾਲ ਗੱਲਬਾਤ ਕਰਾਂਗੇ। ਵੱਡੀ ਗੱਲ ਇਹ ਹੈ ਕਿ 307 ਦੇ ਪਰਚੇ ਦੇ ਵਿੱਚ ਇਹਨਾਂ ਨੂੰ ਬੇਲ ਮਿਲੀ ਹੈ। ਤਾਂ ਸਰਦਾਰ ਸਾਹਿਬ ਕੀ ਨਾਮ ਹੈ ਤੁਹਾਡਾ ਤੇ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ? ਮੇਰਾ ਨਾਮ ਦਵਿੰਦਰ ਸਿੰਘ ਸਨ ਆਫ ਨਾਰਾਇਣ ਸਿੰਘ ਕਰਨਾਲ ਜ਼ਿਲ੍ਹਾ ਤੋਂ ਰਹਿਣ ਵਾਲਾ ਜੀ। ਤੁਹਾਨੂੰ ਅਰੈਸਟ ਕਿਉਂ ਕੀਤਾ ਗਿਆ ਸੀ? ਆਪਣਾ ਕਿਸਾਨੀ ਯੂਨੀਅਨ ਮੋਰਚੇ ਕਰਕੇ ਸਾਨੂੰ ਅਰੈਸਟ ਕੀਤਾ ਗਿਆ ਲਾਲ ਕਿਲੇ ਤੇ ਜਾਣ ਕਰਕੇ। ਬਾਈ ਜੀ ਗ੍ਰਿਫਤਾਰ ਤੁਹਾਨੂੰ ਕਿੱਥੋਂ ਕੀਤਾ, ਕਿੰਨੀ ਤਰੀਕ ਨੂੰ ਕੀਤਾ ਤੇ ਇਹਨਾਂ ਦੇ ਵੱਲੋਂ ਕੀ ਕਿਹਾ ਗਿਆ? ਮੈਨੂੰ 8 ਤਰੀਕ ਨੂੰ ਗੁਰਦੁਆਰਾ ਸਾਹਿਬ ਤੋਂ ਬੁਲਾਇਆ ਸੀ ਤੇ 8 ਤਰੀਕ ਨੂੰ ਬੁਲਾਉਣ ਤੋਂ ਬਾਅਦ ਇਹਨਾਂ ਨੇ ਮੈਨੂੰ ਕਿਹਾ ਸੀ ਵੀ ਆਪਣਾ ਤੁਸੀਂ ਆਈਡੀ ਪ੍ਰੂਫ ਲੈ ਕੇ ਵੈਰੀਫਾਈ ਕਰਾ ਕੇ ਚਲੇ ਜਾਓ ਤੇ ਬਾਕੀ ਤੇ ਉੱਥੇ ਜਾ ਕੇ ਸਾਨੂੰ ਇਹਨਾਂ ਨੇ ਕਿਹਾ ਵੀ ਤੁਸੀਂ ਬੈਠੋ, ਕੋਈ ਸਾਹਿਬ ਸਾਡਾ ਆ ਰਿਹਾ ਤੇ ਉੱਥੇ ਬਿਠਾ ਕੇ ਸਾਨੂੰ ਬਹੁਤ ਲੇਟ ਤੱਕ ਫਿਰ ਇਹਨਾਂ ਫੋਨ ਲੈ ਲੇ, ਇਦਾਂ ਕਰਕੇ ਸਾਨੂੰ ਚਲਾ ਕੇ ਤੇ ਉੱਥੇ ਨਹੀਂ ਬੁਲਾਇਆ। ਕਿੱਥੇ ਗਿਆ ਸੀ ਤੁਹਾਨੂੰ? ਕ੍ਰਾਈਮ ਬ੍ਰਾਂਚ ਬੁਲਾਇਆ? ਕ੍ਰਾਈਮ ਬ੍ਰਾਂਚ ਬੁਲਾਇਆ ਗਿਆ। ਉਸ ਤੋਂ ਬਾਅਦ ਪੁੱਛਗਿੱਛ ਦੇ ਵਿੱਚ ਇਹ ਵੀ ਤੁਸੀਂ ਆਪਣੇ ਜਿਹੜੇ ਕਿਸਾਨ ਨੇ ਤੁਹਾਨੂੰ ਪੈਸੇ ਮਿਲਦੇ ਆ, ਉੱਥੇ ਇਦਾਂ ਦੇ ਲੰਗਰ ਚੱਲਦੇ ਆ, ਕਿੱਥੋਂ ਆ ਰਹੇ ਆ ਤੇ ਤੁਸੀਂ ਉਹਨਾਂ ਨਾਲ ਸਹਿਯੋਗ ਕਰਦੇ ਹੋ, ਤੁਹਾਨੂੰ ਭੇਜਿਆ ਕਿੰਨੇ ਆ, ਤੁਹਾਡੇ ਨਾਲ ਕਿਹੜੇ ਕਿਹੜੇ ਸਬੰਧ ਨੇ ਤੇ ਤੁਹਾਡੇ ਨਾਲ ਪਿੱਛੇ ਕੌਣ ਹੈ ਤੁਹਾਡੇ। ਅਸੀਂ ਤਾਂ ਕਿਹਾ ਵੀ ਅਸੀਂ ਕਿਸਾਨ ਆ ਤੇ ਕਿਸਾਨਾਂ ਕਰਕੇ ਅਸੀਂ ਨਾਲ ਜਾ ਰਹੇ ਹਾਂ ਤੇ ਕਿਸਾਨੀ ਮੋਰਚੇ ਵੀਰਾਂ ਦਾ ਧੰਨਵਾਦ ਕਰਦਾ, ਮੇਰੀ ਪ੍ਰਬੰਧਕ ਕਮੇਟੀ ਦਾ ਵੀ, ਗੁਰਦੁਆਰਾ ਸਾਹਿਬ ਸ੍ਰੀ ਗੁਰੂ ਸਿੰਘ ਸਭਾ ਸੈਕਟਰ 7 ਤੋਂ ਤੇ ਬਾਕੀ ਜੋ ਕਿਸਾਨ ਹੈਗੇ ਨੇ ਉੱਥੇ, ਉਹਨਾਂ ਦੀ ਕੀ ਹਾਲ, ਉਹਨਾਂ ਦਾ ਕੀ ਹਾਲਤ ਹੈਗੀ ਉੱਥੇ? ਵੈਸੇ ਕਿਸਾਨ ਤੇ ਬਹੁਤ ਨੇ ਅੰਦਰ ਹੈਗੇ ਨੇ। 3 ਨੰਬਰ ਹੈ ਉਹਦੇ, ਉੱਥੇ ਸਾਨੂੰ ਅੰਦਰ ਰੱਖਿਆ ਗਿਆ। ਕਿੰਨੇ ਕਿਸਾਨ ਨੇ ਅੰਦਰ ਤੇ ਹੋਰ ਕੀ ਗੱਲਬਾਤ ਕੀ ਹੁੰਦੀ ਹੈ? ਕੀ ਸਭ ਠੀਕ ਠਾਕ ਨੇ? ਬਸ ਠੀਕ ਠਾਕ ਤੇ ਇਹੀ ਹੈ ਵੀ ਉਹ ਛੇਤੀ ਤੋਂ ਛੇਤੀ ਇਹੀ ਮੰਗ ਹੈ। ਨਹੀਂ ਕਹਿੰਦੇ ਕੀ ਨੇ ਅੰਦਰ ਗੱਲਬਾਤ ਤੁਹਾਡੀ ਹੋਈ ਹੋਣੀ ਉਹਨਾਂ ਕਿਸਾਨਾਂ ਦੇ ਨਾਲ ਵੀ? ਬਜ਼ੁਰਗ ਕਿੰਨੇ ਆ, ਨੌਜਵਾਨ ਕਿੰਨੇ ਆ? ਨੌਜਵਾਨ ਹੀ ਨੇ ਸਾਰੇ, ਬਜ਼ੁਰਗ ਤੇ ਕੋਈ ਨਹੀਂਗਾ। ਕੀ ਕਹਿੰਦੇ ਨੇ ਅੰਦਰ ਫਿਰ? ਬਸ ਉਹ ਕਹਿੰਦੇ ਨੇ ਰਿਹਾਈ ਕਰੋ ਵੀ ਸਾਰਿਆਂ ਦੀ। ਅੱਛਾ ਬਾਈ ਜੀ ਗੱਲ ਇਹ ਵੀ ਹੈ ਕਿ ਸੁਣਨ ਚ ਆਇਆ ਵੀ ਅੰਦਰ ਟੌਰਚਰ ਵੀ ਹੁੰਦਾ ਜਾਂ ਪੁੱਛਗਿੱਛ ਬੜੀ ਮੈਂਟਲੀ ਟੌਰਚਰ, ਉਹਦੇ ਬਾਰੇ ਦੱਸੋਗੇ ਕੀ? ਪੁੱਛਗਿੱਛ ਬਹੁਤ ਕਰਦੇ ਆ ਵੀ ਇੱਥੋਂ ਹੀ ਅੰਦਰ ਆਉਣ ਲੱਗਿਆ ਵੀ ਜਾਣ ਲੱਗਿਆ ਵੀ ਇਹੀ ਪੁੱਛਗਿੱਛ ਕਰਦੇ ਆ ਵੀ ਤੁਹਾਨੂੰ ਕਿਸੇ ਨੇ ਭੇਜਿਆ, ਤੁਸੀਂ ਪੈਸੇ ਲੈਂਦੇ ਹੋ, ਬਸ ਇਹੀ ਸਾਡੇ ਤੇ ਟੌਰਚਰ ਹੁੰਦਾ। ਇਦਾਂ ਦਾ ਵੀ ਪ੍ਰੈਸ਼ਰ ਕਿਸੇ ਦਾ ਨਾਮ ਲੈ ਦੋ ਕਿਉਂਕਿ ਜਿਹੜੇ ਪਿੱਛੇ ਕਿਹਦਾ ਨਾਮ ਜਾਂ ਕਿ ਉਹ ਕਹਿੰਦੇ ਉਹ ਇਹੀ ਕਹਿੰਦੇ ਵੀ ਤੁਹਾਨੂੰ ਕਿਸੇ ਨੇ ਭੇਜਿਆ ਇੱਥੋਂ, ਤੁਸੀਂ ਸਾਨੂੰ ਦੱਸੋ ਵੀ ਕਿੰਨਾ ਭੇਜਿਆ। ਇਹ ਗੱਲ ਹੋ ਬਕਾਇਦਾ ਤੌਰ ਤੇ ਨਾਮ ਲੈਣ ਵਾਸਤੇ? ਨਹੀਂ, ਅਸੀਂ ਕਿਸੇ ਦਾ ਨਾਂ ਨਹੀਂ ਲਿਆ ਕਿਉਂਕਿ ਅਸੀਂ ਆਪਣੇ ਆਪ ਤੋਂ ਆਏ ਆ, ਅਸੀਂ ਆਪ ਕਿਸਾਨ ਆ, ਠੀਕ ਹੈ ਨਾ। ਹਾਂ ਨਾ ਇਦਾਂ ਦੀ। ਅੱਛਾ ਤੁਸੀਂ 26 ਤਰੀਕ ਨੂੰ ਲਾਲ ਕਿਲੇ ਗਏ ਸੀਗੇ ਕਿ ਜਾਂ ਰਸਤੇ 'ਚ? ਕਿਉਂਕਿ ਪਤਾ ਲੱਗਾ ਤੁਸੀਂ ਪਾਣੀ ਵਗੈਰਾ ਪਿਆਉਂਦੇ ਸੀ, ਸੇਵਾ ਕਰਦੇ ਸੀ, ਤੁਸੀਂ ਥੋੜਾ ਜਿਹਾ ਦੱਸੋ ਕਿ 26 ਤਰੀਕ ਨੂੰ ਤੁਹਾਡੀ ਭੂਮਿਕਾ ਕੀ ਸੀ? ਅਸੀਂ ਸੈਕਟਰ 8 ਤੇ 17 ਤੇ 18 ਦੇ ਡਿਵਾਈਡਰ ਤੇ ਵੀਰ ਜੀ 16 17 ਦੇ ਡਿਵਾਈਡਰ ਤੋਂ ਵੀਰ ਜੀ ਵਰਾਂ ਨਾਲ ਆਪਾਂ ਸੇਵਾ ਵਾਸਤੇ ਰਲੇ ਸਾਂ ਤੇ ਉੱਥੇ ਜਲਦੀ ਜਿਸ ਤਰ੍ਹਾਂ ਸੇਵਾ ਨਾਲ ਸੰਗਤਾਂ ਨਾਲ ਕਰਦੇ ਤੇ ਇਦਾਂ ਹੀ ਸਾਨੂੰ ਅੱਗੋਂ ਅਸੀਂ ਵਾਪਸੀ ਆ ਵੀ ਰਹੇ ਸਾਂ, ਸਾਨੂੰ ਪੁਲਿਸ ਵਾਲਿਆਂ ਨੇ ਆਉਣ ਨਹੀਂ ਦਿੱਤਾ। ਉਹਨਾਂ ਨੇ ਪਿੱਛੋਂ ਜਿਪਸੀ, ਜੇ ਸਾਡੀ ਨੰਬਰ ਪਲੇਟ ਮੋਟਰਸਾਈਕਲ ਦੀ ਬਾਈਕ ਦੀ ਆ ਸਕਦੀ ਹੈ ਤੇ ਜਿੰਨਾ ਸਾਡੇ ਗੱਡੀ ਦੇ ਪਿੱਛੇ ਪੁਲਿਸ ਵਾਲੇ ਸਨ ਉਹਨਾਂ ਦੀ, ਪੁਲਿਸ ਵਾਲਿਆਂ ਦੀ ਗੱਡੀ ਨੰਬਰ ਪਲੇਟ ਨਹੀਂ ਆ ਸਕਦਾ। ਜੇ ਸਾਡਾ ਅਸੀਂ ਅਰੈਸਟ ਹੋ ਸਕਦੇ ਹਾਂ, ਅਸੀਂ ਆ ਰਹੇ ਸਾਂ ਵਾਪਸ, ਉਹਨਾਂ ਨੂੰ ਕਿਹਾ ਵੀ ਅਸੀਂ ਵਾਪਸ ਜਾ ਰਹੇ ਹਾਂ, ਉਹ ਕਹਿੰਦੇ ਨਹੀਂ ਜਾਣਾ, ਤੁਸੀਂ ਅੱਗੇ ਚੱਲੋ। ਅੱਗੇ ਚੱਲਦੇ ਚੱਲਦੇ 2 ਜਗ੍ਹਾ ਤੇ ਸਾਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਅਸੀਂ ਰੁਕੇ ਹਾਂ ਪਰ ਉਹਨਾਂ ਨੇ ਸਾਨੂੰ ਉਧਰ ਲਾਲ ਕਿਲੇ ਵੱਲ ਧੱਕ ਦਿੱਤਾ ਤੇ ਅਸੀਂ ਉੱਥੋਂ ਥੋੜੀ ਦੇਰ ਵਾਸਤੇ ਰੁਕ ਕੇ ਫਿਰ ਵਾਪਸੀ ਆ ਗਏ। ਲਾਲ ਕਿਲੇ ਤੁਸੀਂ ਪਹੁੰਚੇ ਸੀਗੇ ਉੱਥੇ ਪਰ ਪਹੁੰਚੇ? ਹਾਂਜੀ। ਤਾਂ ਉਹ ਬਾਹਰੋਂ ਤੁਸੀਂ ਹੋ ਕੇ ਵਾਪਸ ਆ ਗਏ? ਫਿਰ ਵਾਪਸ ਆ ਗਏ 3:30 ਵਜੇ ਗੁਰਦੁਆਰਾ ਸਾਹਿਬ ਪਹੁੰਚ ਗਏ ਜੀ। ਤੁਸੀਂ ਕਹਿ ਰਹੇ ਹੋ ਕਿ ਪੁਲਿਸ ਨੇ ਵੀ ਉਧਰ ਹੀ ਤੋਰਨ ਦੀ ਕੋਸ਼ਿਸ਼ ਕੀਤੀ, ਉਹ ਦੁਬਾਰਾ ਇੱਕ ਵਾਰੀ ਫੇਰ ਡਿਟੇਲ 'ਚ ਦੱਸੋ ਕਿ ਪੁਲਿਸ ਦਾ ਕੀ ਰੋਲ ਸੀਗਾ? ਪੁਲਿਸ ਤੁਹਾਨੂੰ ਜਿਹੜਾ ਸਾਨੂੰ ਨਹੀਂ ਪਤਾ ਲੱਗਿਆ ਵੀ ਕੀ ਰੋਲ ਸੀ ਉਹਨਾਂ ਦਾ। ਅਸੀਂ ਵਾਪਸੀ ਆਖਿਆ ਵੀ ਅਸੀਂ ਹੁਣ ਅੱਗੇ ਜਿੱਦਾਂ ਭੀੜ ਜ਼ਿਆਦਾ ਹੋ ਰਹੀ ਹੈ ਵਾਪਸੀ ਚੱਲਦੇ ਆ ਤੇ ਇਹਨਾਂ ਨੇ ਸਾਨੂੰ ਜਾਣ ਨਹੀਂ ਦਿੱਤਾ, ਵਾਪਸੀ ਆਉਣ ਨਹੀਂ ਦਿੱਤਾ। ਇਹ ਕਹਿੰਦੇ ਅੱਗੇ ਚੱਲੋ। ਦੱਸ ਰਹੇ ਸੀਗੇ ਕਿ ਤੁਹਾਡੀ ਨੰਬਰ ਪਲੇਟ ਤੋਂ ਪਛਾਣ ਕੀਤੀ ਉਹਨਾਂ ਨੇ? ਨੰਬਰ ਪਲੇਟ ਤੋਂ ਪਛਾਣ ਕੀਤੀ ਜੀ। ਜਲਦੀ ਸੇਵਾ ਕਰ ਰਹੇ ਸੀ, ਬਾਈਕ ਦੇ ਨੰਬਰ ਪਲੇਟ ਤੋਂ ਬਿਲਕੁਲ ਜੀ, ਬਿਲਕੁਲ ਇਦਾਂ ਹੀ ਜੀ। ਤੁਹਾਨੂੰ ਲੱਗਦਾ ਕੋਈ ਬਹੁਤ ਵੱਡਾ ਅਪਰਾਧ ਕਰ ਰਹੇ ਸੀ ਕਿ ਕੋਈ? ਅਸੀਂ ਤਾਂ ਕੁਝ ਵੀ ਨਹੀਂ ਕਰ ਰਹੇ ਜੀ, ਅਸੀਂ ਸੇਵਾ ਕਰ ਰਹੇ ਸੀ, ਸੰਗਤ ਦੀ ਸੇਵਾ ਕਰ ਰਹੇ ਸੀ। ਇਹ ਵੀਰ ਜੀ ਵਾਰੀ ਸੇਵਾ ਕਰਦੇ ਸਾਡੇ ਵਿਕਰਮ ਸਿੰਘ ਜੀ ਰੋਣੀ ਸੈਕਟਰ 7 ਤੋਂ ਤੇ ਇਹਨਾਂ ਦਾ ਸਹਿਯੋਗ ਨਾਲ ਅਸੀਂ ਵੀ ਨਾਲ ਇਹਨਾਂ ਦੇ ਚੱਲ ਪੈਂਦੇ ਆ ਤੇ ਇਹਨਾਂ ਦੀ ਸੇਵਾ ਕਰਕੇ ਹੀ ਸਾਰੀਆਂ ਸੰਗਤਾਂ ਸੇਵਾ ਕਰਕੇ ਚੱਲਦੀਆਂ ਨੇ। ਪਰ ਇਹ ਸਾਡੇ ਤੇ ਇਦਾਂ ਦੇ ਬਿਆਨਬਾਜ਼ੀ ਕਰਦੇ ਆ ਵੀ ਤੁਸੀਂ ਉੱਥੇ ਜਾ ਕੇ ਦੰਗੇ ਕੀਤੇ, ਕਰਦੇ ਹੋ, ਆਹ ਕਰਦੇ ਹੋ, ਉਹ ਕਰਦੇ ਹੋ। ਅਸੀਂ ਤਾਂ ਕੁਛ ਇਦਾਂ ਦਾ ਕੀਤਾ ਨਹੀਂ। ਪਾਣੀ ਪਿਆਉਣ ਦੀ ਤੁਹਾਡਾ ਇਨਾਮ ਜਿਹੜਾ ਵਾ ਉਹ ਤਿਹਾੜ ਜੇਲ੍ਹ ਮਿਲੀ ਆ, ਤਾਂ ਕੋਈ ਮਲਾਲ ਤਾਂ ਨਹੀਂ ਮਨ ਦੇ ਵਿੱਚ? ਫਿਰ ਕਿਸਾਨੀ ਧਰਨੇ 'ਚ ਜਾਓਗੇ ਤੁਸੀਂ? ਕਿਸਾਨੀ ਤੇ ਹੈ ਹੀ ਸਾਡੀ, ਕਿਸਾਨੀ ਧਰਨਾ ਤੇ ਜਿੰਦਾਬਾਦ ਹੀ ਰਹਿਣਾ, ਇਦਾਂ ਹੀ ਚੱਲੇਗਾ, ਕੋਈ ਗੱਲ ਨਹੀਂ। ਹਾਂ ਬਿਲਕੁਲ ਹਾਂ, ਨਾ ਕੋਈ ਨਹੀਂ, ਜਿਤਨਾ
ਇਹ ਆਪਣਾ ਇਦਾਂ ਹੀ ਜ਼ੋਰ ਤੇ ਨਾ ਆਪਣੀ ਤਾਕਤ ਤੇ ਦਿਖਾਣੀ ਹੈ, ਪਰ ਸਾਡੀ ਕਿਸਾਨੀ ਜਿੰਦਾਬਾਦ ਹੀ ਰਹਿਣੀ ਹੈ। ਹਾਂਜੀ, ਤਾਂ ਤੁਸੀਂ ਇੱਧਰ ਬਾਹਰ ਆ ਜਾਓ, ਪੁਲਿਸ ਵਾਲੇ ਵੀ ਇਤਰਾਜ਼ ਕਰ ਰਹੇ ਆ। ਤਾਂ ਇਹ ਕਿਸਾਨ ਨੇ ਜਿਹੜੇ ਉਹ ਅੰਦੋਲਨ ਦੇ ਵਿੱਚ ਕਹਿੰਦੇ ਨੇ ਕਿ 26 ਜਨਵਰੀ ਨੂੰ ਪਾਣੀ ਪਿਲਾ ਰਹੇ ਸੀ, ਕੋਈ ਵੱਡਾ ਗੁਨਾਹ ਨਹੀਂ ਕੀਤਾ, ਸਿਰਫ ਪਾਣੀ ਹੀ ਪਿਲਾ ਰਹੇ ਸੀ। ਤਾਂ ਭੰਗੂ ਸਾਹਿਬ ਨਾਲ ਵੀ ਗੱਲਬਾਤ ਕਰ ਲੈਂਦੇ ਆ। ਭੰਗੂ ਸਾਹਿਬ, ਤਾਂ ਕਿਵੇਂ ਦੇਖਦੇ ਹੋ? ਇਸ ਤਰ੍ਹਾਂ ਸੇਵਾ ਕਰ ਰਹੇ ਸੀਗੇ, ਪਰ ਦੇਖੋ ਦੇਖ ਲਓ ਕੀ ਮਿਲਿਆ। ਦਵਿੰਦਰ ਸਿੰਘ ਦਾ ਮੂੰਹੋਂ ਦੱਸੀ ਇਹ ਪੁਲਿਸ ਜ਼ਬਰ ਦੀ ਇੱਕ ਮਿਸਾਲ ਹੈ। 26 ਤਰੀਕ ਨੂੰ ਜੋ ਘਟਨਾਕ੍ਰਮ ਹੋਇਆ ਉਹ ਸਾਰੀ ਦੁਨੀਆ ਨੇ ਦੇਖਿਆ, ਸਾਰੇ ਦੇਸ਼ ਨੇ ਦੇਖਿਆ, ਉਹ ਸਭ ਕੁਝ ਜਗ ਜ਼ਾਹਰ ਹੈ ਜੋ ਹੋਇਆ ਸੀ। ਔਰ ਦਵਿੰਦਰ ਸਿੰਘ ਉਹਨਾਂ ਦੇ ਮੂੰਹ ਤੋਂ ਜੋ ਸੁਣਿਆ ਇਹ ਤਾਂ ਬਹੁਤ ਹੀ ਵੱਡਾ, ਇਸ ਤੋਂ ਪ੍ਰਮਾਣ ਹੋਰ ਕੀ ਹੋ ਸਕਦਾ ਹੈ ਵੀ ਜਿੰਨੀ ਪੁਲਿਸ ਨੇ ਧੱਕਾ ਚੋਰੀ ਔਰ ਜ਼ਬਰ ਕੀਤਾ ਹੈ, ਜਿਹੜੇ ਨੌਜਵਾਨ ਸੇਵਾ ਕਰ ਰਹੇ ਸੀ, ਆਪਣੇ ਸਾਰੇ ਮੋਰਚੇ ਦੇ ਵਿੱਚ ਲੰਗਰ ਲਾਏ ਹੋਏ ਸੀ, ਇਹਨਾਂ ਨੂੰ ਇਸ ਦੇ ਦੱਸਣ ਅਨੁਸਾਰ ਉਸ ਰੂਟ ਤੇ ਜਾਣ ਨਹੀਂ ਦਿੱਤਾ ਗਿਆ, ਜ਼ਬਰਦਸਤੀ ਦੂਜੇ ਰੂਟ ਤੇ ਭੇਜਿਆ। ਔਰ ਨੋਟਿਸ ਭੇਜ ਕੇ ਉਸ ਤੋਂ ਬਾਅਦ ਇਹਦੇ ਨੰਬਰ ਪਲੇਟ ਨੂੰ ਪਛਾਣ ਕੇ, ਜਦ ਕਿ ਇਹਦੇ ਖਿਲਾਫ ਕੋਈ FIR ਨਹੀਂ ਸੀ, ਕੋਈ ਪਰਚਾ ਨਹੀਂ ਸੀ, ਇਨਵੈਸਟੀਗੇਸ਼ਨ ਲਈ ਬੁਲਾਇਆ, ਨੰਬਰ ਪਲੇਟ ਤੋਂ CCTV ਦੇ ਕੈਮਰੇ ਰਾਹੀਂ, ਤੇ ਉੱਥੇ ਝੂਠਾ ਪਰਚਾ ਦਰਜ ਕਰਕੇ 8 ਫਰਵਰੀ ਨੂੰ ਇਹਨੂੰ ਜੇਲ੍ਹ ਭੇਜ ਦਿੱਤਾ ਗਿਆ। ਪਰਚਾ ਵੀ ਸਧਾਰਨ ਨਹੀਂ, 307 ਇਰਾਦਾ ਕਤਲ, 395, 397 ਜਿਹੜੇ ਡਕੈਤੀ ਹੁੰਦੀ ਹੈ, ਇਹ ਬਹੁਤ ਵੱਡੇ ਜਿਹੜੇ ਕ੍ਰਿਮੀਨਲ ਲੋਕ ਉਹਨੇ ਦਰਜ ਕੀਤਾ ਜਾਂਦਾ। ਇਸ ਕਿਸਮ ਦੇ ਜਿਹੜੇ ਸੇਵਾ ਕਰਨ ਵਾਲੇ ਨੌਜਵਾਨ ਜਿਨ੍ਹਾਂ ਦਾ ਦੋਸ਼ ਕੋਈ ਨਾ ਹੋਵੇ, ਉਹਨਾਂ ਨੂੰ ਸਿਰਫ ਇਨਵੈਸਟੀਗੇਸ਼ਨ ਦੇ ਬਹਾਨੇ ਬੁਲਾ ਕੇ ਇਹੋ ਜਿਹੇ ਪਰਚੇ ਦਰਜ ਕਰਨੇ। ਤਾਂ ਮੈਂ ਸੰਯੁਕਤ ਕਿਸਾਨ ਮੋਰਚੇ ਦਾ ਪੈਨਲ ਹੈ, ਮੇਰੇ ਨਾਲ ਰਮਿੰਦਰ ਸਿੰਘ ਜੀ ਪਟਿਆਲਾ, ਕੁਲਦੀਪ ਸਿੰਘ, ਅਸੀਂ ਇਕੱਠੇ ਆਏ ਹਾਂ ਨੌਜਵਾਨ ਦੀ ਰਿਹਾਈ ਤੇ। ਅਸੀਂ ਇਸ ਦੀ ਪੁਰਜ਼ੋਰ ਨਿਖੇਧੀ ਕਰਦੇ ਹਾਂ ਤੇ ਨਾਲ ਹੀ ਅਸੀਂ ਇਹ ਕਹਿੰਦੇ ਹਾਂ ਕਿ ਪੰਜਾਬ, ਹਰਿਆਣਾ, ਉੱਤਰਾਖੰਡ, UP ਦੇ ਵਿੱਚ ਸੈਂਕੜੇ ਕਿਸਾਨਾਂ ਨੂੰ ਇਸ ਕਿਸਮ ਦੇ ਜਿਹੜੇ ਨੋਟਿਸ ਭੇਜੇ ਜਾ ਰਹੇ ਨੇ। ਇੰਟੈਂਸ਼ਨ ਸਾਫ਼ ਹੈ ਕਿ ਐਸੀ FIR ਪੁਲਿਸ ਨੇ ਰੱਖੀਆਂ ਹੋਈਆਂ ਨੇ ਜਿਹੜੀਆਂ ਅਨਨੇਮਡ ਨੇ, ਅਨਆਇਡੈਂਟੀਫਾਈਡ ਪਰਸਨ ਦੇ ਖਿਲਾਫ ਨੇ। ਉਹਨਾਂ ਦੇ ਵਿੱਚ ਕਿਸੇ ਤਰ੍ਹਾਂ ਨੋਟਿਸ ਭੇਜ ਕੇ ਬੁਲਾ ਕੇ ਉਹਨਾਂ ਨੂੰ ਫਾਲਸਲੀ ਇੰਪਲੀਕੇਟ ਕਰਨਾ ਚਾਹੁੰਦੇ ਨੇ ਬਹੁਤ ਵੱਡੀ ਪੱਧਰ ਤੇ, ਤਾਂ ਕਿ ਟੈਰਰ ਐਸਾ ਫੈਲਾਇਆ ਜਾਵੇ ਕਿ ਲੋਕ ਮੋਰਚੇ ਦੇ ਵਿੱਚ ਆਉਣ ਨਾ, ਜਿਹੜੇ ਮੋਰਚੇ ਸ਼ਾਮਲ ਹੈ ਉਹ ਵੀ ਸਹਿਮ ਕਰਕੇ ਕਿਸੇ ਨਾ ਕਿਸੇ ਤਰ੍ਹਾਂ ਵਾਪਸ ਮੁੜਨ। ਇਹ ਬਹੁਤ ਵੱਡੀ ਜਿਹੜਾ ਪੁਲਿਸ ਦਾ ਡਿਜ਼ਾਈਨ ਹੈ, ਖਤਰਨਾਕ ਡਿਜ਼ਾਈਨ ਹੈ, ਜਿਹੜਾ ਸੈਂਟਰਲ ਗਵਰਨਮੈਂਟ ਤੇ ਪੁਲਿਸ ਰਲ ਕੇ ਖੇਡ ਰਹੀਆਂ ਨੇ। 307 ਦੇ ਪਰਚੇ ਪਾਉਣੇ ਇਹਨਾਂ ਨੌਜਵਾਨਾਂ ਦੇ ਉੱਪਰ, ਹਾਲਾਂਕਿ ਪਾਣੀ ਪਿਲਾ ਰਹੇ ਸੀ, ਨੰਬਰ ਪਲੇਟ ਤੋਂ ਪਛਾਣ ਕੀਤੀ ਆ, ਤਾਂ ਉਹ 307 ਦੇ ਪਰਚੇ ਵਾਲੇ ਹੋਰ ਮੁੰਡੇ ਕਿੰਨੇ ਆ ਤੇ ਇਹਨਾਂ ਦੀ ਬੇਲ ਕਿਸ ਤਰੀਕੇ ਨਾਲ ਹੋਈ ਆ? ਇਹਨਾਂ ਦੀ ਜ਼ਮਾਨਤ ਹੋਈ ਹੈ ਕਿ ਜਾਂ ਪਰਚੇ ਰੱਦ ਹੋਏ ਆ? ਦੇਖੋ, ਪੰਜਾਬ ਹਰਿਆਣਾ ਦੇ ਵਿੱਚ ਜਿਹੜੇ ਜੇਲ੍ਹ ਦੇ ਵਿੱਚ ਨੇ 307 ਵਾਲੇ ਪਰਚੇ ਵਾਲੇ, ਉਹਨਾਂ 'ਚ 40 ਨੌਜਵਾਨ ਹੋਰ ਨੇ ਘੱਟੋ ਘੱਟ। ਕੁਝ ਦੀ ਜ਼ਮਾਨਤ ਹੋਈ ਹੈ ਔਰ ਇਹਨਾਂ ਜ਼ਮਾਨਤ ਦਾ ਗਰਾਊਂਡ ਹੈ ਜਿਹੜਾ, ਮੈਂ FIR ਪੜ੍ਹੀ ਹੈ ਇਹਨਾਂ ਦੀ, ਆਰਡਰ ਵੀ ਪੜ੍ਹਿਆ ਹੁਣ, ਉਹਦੇ ਵਿੱਚ ਇਹਨਾਂ ਗੱਲ ਇਲਜ਼ਾਮ ਇਹ ਸੀ ਵੀ ਕਿ ਪੁਲਿਸ ਜਿਹੜਾ ਇੰਸਪੈਕਟਰ ਨੇ ਕਿਹਾ ਵੀ ਇਸ ਨੇ ਮੇਰੇ ਸਿਰ 'ਚ ਸੱਟ ਮਾਰੀ, ਬਲੰਟ ਵੈਪਨ ਨਾਲ ਸੱਟ ਮਾਰੀ। ਤਾਂ ਜਦੋਂ ਉਸ ਦੇ ਵਿੱਚ ਪੁੱਛਿਆ ਗਿਆ ਕਿ ਉਹ ਕਿੰਨੇ ਦਿਨ ਹਸਪੀਟਲ ਦੇ ਵਿੱਚ ਦਾਖਲ ਰਿਹਾ, ਤਾਂ ਸਰਕਾਰ ਜਾਂ ਸਰਕਾਰੀ ਵਕੀਲ ਦੱਸਣ ਦੇ ਵਿੱਚ ਅਸਫਲ ਰਿਹਾ। ਉਹ ਕਹਿੰਦੇ ਵੀ ਅਗਲੇ ਦਿਨ ਹਸਪਤਾਲ ਤੇ ਛੁੱਟੀ ਮਿਲ ਗਈ ਸੀ। ਜੇ ਇਰਾਦਾ ਸੇਮ ਡੇ ਜੇ ਇਰਾਦਾ ਕਤਲ ਹੋਵੇ, ਐਡੀ ਵੱਡੀ ਸਿਰ 'ਚ ਸੱਟ ਹੋਵੇ ਤੇ ਛੁੱਟੀ ਉਸਨੂੰ ਅਗਲੇ ਦਿਨ ਹੀ ਹੋ ਜਾਵੇ। ਦੂਜਾ ਇਹ ਹੈ 307 ਵਿਦਆਊਟ ਮੈਡੀਕਲ ਐਗਜ਼ਾਮੀਨੇਸ਼ਨ ਬਣਦਾ ਨਹੀਂ। ਸਿਰਾ ਜਿਹੜਾ ਇੱਕ ਵਾਈਟਲ ਪਾਰਟ ਹੈ, ਆਪਾਂ ਕਿਸੇ ਨੂੰ ਮਾਰਨ ਦੀ ਨੀਅਤ ਨਾਲ ਸੱਟ ਮਾਰਦੇ ਹਾਂ, ਠੀਕ ਹੈ, ਉਹ ਸੱਟ ਕਿਹੋ ਜਿਹੀ ਹੈ, ਉਹਦਾ ਮੈਡੀਕਲ ਕੀ ਹੈ, ਨਾ ਉਹ ਸੱਟ ਦਾ ਕੋਈ ਉਹ ਸੀ, ਨਾ ਉਹਦਾ ਕੋਈ ਮੈਡੀਕਲ ਐਗਜ਼ਾਮੀਨੇਸ਼ਨ ਸੀ, ਸਰਾਸਰ ਝੂਠਾ ਪਰਚਾ ਸੀ। ਤਾਂ ਹੀ ਉਹਨੇ ਸਟੈਂਡ ਨਹੀਂ ਕੀਤਾ। ਜਦੋਂ ਵਕੀਲ ਸਾਹਿਬ ਖੜੇ ਨੇ ਆਰਗੂ ਕੀਤਾ, 2 ਮਿੰਟ ਸਟੈਂਡ ਨਹੀਂ ਪ੍ਰੋਸੀਕਿਊਸ਼ਨ ਕਰ ਪਾਇਆ ਤਾਂ ਬੇਲ ਕਰਨੀ ਪਈ। ਤਾਂ ਮੈਂ ਸਮਝਦਾ ਅਜਿਹੇ ਝੂਠੇ ਪਰਚੇ ਹੋਰ ਕੀਤੇ ਜਾ ਰਹੇ ਨੇ ਜਿਨ੍ਹਾਂ 'ਚ ਨਾ 307 ਬਣਦੀ ਹੈ, ਨਾ 95 ਬਣਦੀ ਹੈ, ਨਾ 97 ਬਣਦੀ ਹੈ। ਇਸ ਲਈ ਕੋਈ ਵੀ ਸਟੋਰੀ ਹੈ ਜਿਹੜੀ ਮੈਂ ਸਮਝਦਾ ਕੋਰਟ ਅੱਗੇ ਸਟੈਂਡ ਨਹੀਂ ਕਰੇਗੀ। 307 ਧਾਰਾ ਲੱਗਦੀ ਹੈ ਤਾਂ ਫਿਰ ਬੇਲ ਬਹੁਤ ਔਖੀ ਹੋ ਜਾਂਦੀ ਹੈ, ਬੇਲ ਮਿਲਦੀ ਨਹੀਂ ਆਸਾਨੀ ਦੇ ਨਾਲ, ਪਰ ਜਲਦੀ ਬੇਲ ਵੀ ਹੋ ਗਈ ਹੈ, ਮਤਲਬ ਬਿਨਾਂ ਆਧਾਰ ਫਿਰ 307 ਦੇ ਤਹਿਤ ਪਰਚੇ ਦਰਜ ਕੀਤੇ ਗਏ। ਬਹੁਤਾ ਦੇਖੋ ਇਹ ਐਜੀਟੇਸ਼ਨਾਂ ਦੇ ਵਿੱਚ ਸਰਕਾਰਾਂ ਨੇ 307 ਨੂੰ ਕੋਈ ਖੇਡ ਬਣਾਈ ਹੋਈ ਹੈ, 395 ਇਹ ਖੇਡ ਬਣਾਈ ਹੋਈ ਹੈ ਵੀ ਜਿਹੜਾ ਵੀ ਕਰੇ ਉਸ ਤੇ 307 ਲਾ ਦਿਓ। ਉਹਦਾ ਮੰਤਵ ਕੋਈ ਨਹੀਂ, ਉਹਦਾ ਮੰਤਵ ਇਹੀ ਹੈ ਕਿ ਇਹਨਾਂ ਦੀ ਬੇਲ ਨਾ ਹੋਵੇ। ਜੇ ਰੀਅਲ ਮੈਲੈਂਸ 307 ਹੋਵੇ ਤਾਂ ਇਹ ਇੰਜਰੀ ਡਾਕਟਰ ਨੂੰ ਡਿਕਲੇਅਰ ਕਰਨੀ ਪੈਂਦੀ ਹੈ ਵੀ ਦਿਸ ਇੰਜਰੀ ਡੇਂਜਰਸ ਟੂ ਲਾਈਫ। ਇਸ ਲਈ ਇਹ ਇੰਜਰੀ ਕੋਈ ਡੇਂਜਰਸ ਟੂ ਲਾਈਫ ਤਾਂ ਹੈ ਨਹੀਂ ਸੀ, ਤੇ ਬਲੰਟ ਵੈਪਨ ਨਾਲ ਸੀ, ਉਹਨੂੰ ਸੱਟ ਵੀ ਕੋਈ ਨਹੀਂ ਸੀ, ਕੋਈ ਮੈਡੀਕਲ ਐਗਜ਼ਾਮੀਨੇਸ਼ਨ ਸ਼ੋ ਕੀਤਾ। ਇਸ ਲਈ ਇਹ ਸਾਰਾ ਝੂਠੀ ਸਟੋਰੀ ਕਨਕੋਕਟਡ ਜਿਹਨੂੰ ਕਹਿੰਦੇ ਹਾਂ ਅਸੀਂ ਆਪਣੀ ਭਾਸ਼ਾ ਦੇ ਵਿੱਚ, ਇਹ ਪੁਲਿਸ ਘੜਦੀ ਹੈ। ਝੂਠੀ ਸਟੋਰੀਆਂ ਕਦੇ ਵੀ ਦੇ ਕੈਨ ਨਾਟ ਸਟੈਂਡ ਦਾ
ਜਿਹੜਾ ਟ੍ਰਾਇਲ ਇਨ ਦਾ ਟ੍ਰਾਇਲ ਟੈਸਟ ਆਫ ਦਾ ਟ੍ਰਾਇਲ ਉਹ ਕਦੇ ਨਹੀਂ ਹੁੰਦੀਆਂ, ਸਾਰੀ ਝੂਠੀਆਂ ਸਾਬਤ ਹੁੰਦੀਆਂ ਨੇ। ਠੀਕ ਹੈ। ਅੱਛਾ ਬਾਈ ਹੁਣਾਂ ਨਾਲ ਹੋਰ ਥੋੜੀ ਜੀ ਗੱਲ ਕਰ ਲਈਏ ਤਾਂ ਰਮਿੰਦਰ ਸਿੰਘ ਹੁਣਾਂ ਨਾਲ ਵੀ ਕਰਾਂਗੇ ਗੱਲ, ਪਰ ਬਾਈ ਹੁਣਾਂ ਨਾਲ ਥੋੜੀ ਜੀ ਹੋਰ ਗੱਲ ਕਰ ਲਈਏ। ਬਾਈ ਜੀ ਤੁਹਾਡੇ ਉੱਤੇ ਇਰਾਦਾ ਕਤਲ ਦਾ ਕੇਸ ਪਾਉਂਦੇ ਰਹੇ ਆ, ਜਾਂ ਤੁਸੀਂ ਕਿਸੇ ਨੂੰ ਹੱਥ ਵੀ ਲਾਇਆ ਸੀਗਾ? ਬਿਲਕੁਲ ਖਾਲੀ ਹੱਥ ਸਾਂ ਜੀ, ਨਾ ਸਾਡੇ ਹੱਥ 'ਚ ਕੋਈ ਡੰਡਾ ਤੱਕ ਵੀ ਨਹੀਂ ਸੀ, ਬਿਲਕੁਲ ਖਾਲੀ ਹੱਥ ਸਾਂ। ਅਸੀਂ ਆਪਣੀ ਬਾਈਕ ਤੇ ਸਾਂ ਤੇ ਇਹ ਆਪਣੇ ਆਪ ਹੀ ਜੋ ਮਰਜ਼ੀ ਬਣਾਈ ਜਾਂਦੇ ਸਾਡੇ ਕੋਲ ਕੋਈ ਤਿਰੰਗੇ ਦਾ ਝੰਡਾ ਜ਼ਰੂਰ ਹੱਥ ਸੀ। ਹਾਂ ਤਿਰੰਗਾ। ਤੁਹਾਨੂੰ ਕਹਿੰਦੇ ਰਹੇ ਕਿ ਤੁਸੀਂ ਹਮਲਾ ਕੀਤਾ ਕਿਸੇ ਦੇ ਉੱਪਰ? ਨਹੀਂ, ਉਹ ਉਸ ਤਰ੍ਹਾਂ ਤੇ ਸਾਨੂੰ ਕਹਿੰਦੇ ਵੀ ਤੁਸੀਂ ਮਾਰਨ ਦੀ ਕੋਸ਼ਿਸ਼ ਕੀਤੀ ਹੈ, ਤੁਸੀਂ ਹਮਲੇ ਵਾਸਤੇ ਆਏ ਹੋ, ਤੁਸੀਂ ਲੜਾਈ ਕੀਤੀ ਹੈ, ਪਰ ਅਸੀਂ ਤੇ ਖਾਲੀ ਹੱਥ ਸਾਂ। ਅਸੀਂ ਉਹਨਾਂ ਨੂੰ ਕਿਹਾ ਵੀ ਸਾਨੂੰ ਦਿਖਾਓ, ਸਾਨੂੰ ਪ੍ਰੂਫ ਦਿਓ, ਵੀ ਸਾਡੇ ਹੱਥ 'ਚ ਡੰਡਾ ਹੀ ਦਿਖਾ ਦਿਓ, ਵੀ ਕੋਈ ਡੰਡਾ ਹੀ ਹੋਵੇ ਸਾਡੇ ਹੱਥ 'ਚ, ਪਰ ਸਾਡੇ ਹੱਥ 'ਚ ਕੁਛ ਵੀ ਨਹੀਂ। ਨੰਬਰ ਪਲੇਟ ਤੁਹਾਨੂੰ ਵੀਡੀਓ 'ਚ ਦੇਖੀ ਵਾਸਤੇ ਜਲਦੀ ਸੇਵਾ ਕਰਨ ਵਾਸਤੇ, ਇਹਨਾਂ ਸੇਵਾ ਵਿੱਚ ਸਾਡੇ ਕੋਲ ਪਾਣੀ ਹੋ ਸਕਦਾ ਹੈ ਪਰ ਡੰਡਾ ਤੇ ਨਹੀਂ ਹੋ ਸਕਦਾ ਨਾ। ਅੱਛਾ ਤੁਸੀਂ ਅੰਦੋਲਨ ਦੇ ਵਿੱਚ ਕਿਹੜੇ ਬਾਰਡਰ ਤੇ ਹੋ? ਸਿੰਘੂ ਤੇ ਟਿੱਕਰੀ ਤੇ ਹੋ ਕਿ ਜਾਂ ਤੁਸੀਂ ਕਿੱਥੇ? ਅਸੀਂ ਕਿਸੇ ਬਾਰਡਰ ਤੇ ਨਹੀਂ ਵੀਰ ਜੀ, ਵੈਸੇ ਬਾਰਡਰ ਤੇ ਕਿਸੇ ਤੇ ਨਹੀਂ ਹੈ, ਪਰ ਅਸੀਂ ਸਿੰਧੂ ਬਾਰਡਰ ਤੋਂ ਸਾਡਾ ਲੱਗਦਾ ਹੈ ਹਰਿਆਣੇ ਤੋਂ, ਅਸੀਂ ਸਿੰਧੂ ਬਾਰਡਰ ਤੋਂ ਚੱਲਦੇ ਹਾਂ। ਸਿੰਘੂ ਬਾਰਡਰ ਤੋਂ ਤੁਸੀਂ ਨਹੀਂ ਮਤਲਬ ਅੰਦੋਲਨ ਦਾ ਪੁੱਛ ਰਿਹਾ ਮੈਂ ਕਿ ਅੰਦੋਲਨ ਤੁਸੀਂ ਸਿੰਘੂ ਬਾਰਡਰ ਦੇ ਉੱਪਰ ਆਪਣਾ ਲਾਇਆ ਹੋਇਆ? ਅਸੀਂ ਨਹੀਂ, ਸਿੰਧੂ ਬਾਰਡਰ ਨਹੀਂ, ਅਸੀਂ ਤੇ 16-17 ਦੇ ਡਿਵਾਈਡਰ ਵੀਰ ਨੇ ਰੂਟ ਸਰਕਾਰ ਨੇ ਦਿੱਤਾ ਸੀ ਟਰੈਕਟਰ ਪਰੇਡ ਵਾਸਤੇ, ਉਸ ਨਿਰਧਾਰਿਤ ਰੂਟ ਤੇ ਅਸੀਂ ਸਟਾਲ ਲਗਾਏ ਸੀ, ਲੇਕਿਨ ਜਦੋਂ ਇਹਨਾਂ ਨੇ ਉਸ ਸਟਾਲਾਂ ਵੱਲ ਆਣ ਹੀ ਨਹੀਂ ਦਿੱਤਾ, ਬੈਰੀਕੇਡ ਲਾ ਕੇ ਉਸ ਨਿਰਧਾਰਿਤ ਰੂਟ ਵੱਲ ਆਣ ਹੀ ਨਹੀਂ ਦਿੱਤਾ, ਤੇ ਇਹਨਾਂ ਨੇ ਡਾਇਵਰਟ ਕੀਤਾ ਟੂਵਰਡਸ ਲਾਲ ਕਿਲਾ ਖੁਦ ਆਪ। ਉਦੋਂ ਫਿਰ ਅਸੀਂ ਲੋਕ ਜਿਹੜਾ ਸਮਾਨ ਅਸੀਂ ਬਣਾਇਆ ਸੀ ਉਹ ਭਾਈ ਸਾਹਿਬ ਉੱਥੋਂ ਲੈ ਕੇ ਤੇ ਉੱਥੇ ਵਰਤਾਨ ਗਏ, ਔਰ ਜਿਸ ਤਰ੍ਹਾਂ ਇਹ ਵਰਤਾਨ ਗਏ ਨੇ ਉਸ ਦੌਰਾਨ ਫਿਰ ਇਹਨਾਂ ਨੇ ਜਾਣਬੁੱਝ ਕੇ ਪੁਲਿਸ ਨੇ ਇਹਨਾਂ ਨੂੰ ਡਾਇਵਰਟ ਕਰਤਾ ਕਿ ਤੁਸੀਂ ਉੱਥੋਂ ਤੱਕ ਪਹੁੰਚੋ ਕਿਸੇ ਵੀ ਤਰੀਕੇ, ਕਿਉਂਕਿ ਜਿਹੜਾ ਰੂਟ ਸੀਗਾ ਉਸ ਪਾਸੇ ਤਾਂ ਇਹਨਾਂ ਨੇ ਆਣ ਹੀ ਨਹੀਂ ਦਿੱਤਾ, ਖੁਦ ਹੀ ਬੈਰੀਕੇਡ ਲਗਾਤੇ ਸੀ ਸਰਕਾਰ ਨੇ। ਸੋ ਉੱਥੇ ਇੰਟੈਂਸ਼ਨ ਲੱਗਦੀ ਹੈ, ਮੈਲੀਫਾਈਡ ਇੰਟੈਂਸ਼ਨ ਲੱਗਦੀ ਹੈ ਕਿ ਵੀ ਸਰਕਾਰਾਂ ਖੁਦ ਹੀ ਚਾਹ ਰਹੀਆਂ ਸੀਗੀਆਂ ਕਿ ਕੁਛ ਨਾ ਕੁਛ ਗੜਬੜ ਹੋਵੇ, ਔਰ ਭਾਈ ਸਾਹਿਬ ਉਹਦਾ ਸ਼ਿਕਾਰ ਹੋਏ। ਇਹਨਾਂ ਦੇ ਹੱਥ 'ਚ ਤਾਂ ਸਿਰਫ ਪਾਣੀ ਔਰ ਬ੍ਰੈਡ ਪਕੌੜੇ ਸੀਗੇ। ਅੱਛਾ ਬਾਈ ਜੀ ਦੱਸ ਰਹੇ ਸੀ ਸਰਦਾਰ ਸਾਹਿਬ ਹੋਣੀ ਕਿ ਤੁਹਾਨੂੰ ਪਹਿਲਾਂ ਬੁਲਾਇਆ ਗਿਆ ਪੁੱਛਗਿੱਛ ਲਈ, ਦੂਜੀ ਵਾਰੀ ਫਿਰ ਬੁਲਾਇਆ ਗਿਆ ਕਿ ਦੂਸਰੇ ਮੁੰਡੇ ਨੂੰ ਨਾਲ ਲੈ ਕੇ ਆ, ਪਹਿਲਾਂ ਕੀ ਪੁੱਛਗਿੱਛ ਹੋਈ ਤੇ ਦੂਜੀ ਵਾਰੀ ਕਹਿੰਦੇ ਸਿੱਧਾ ਤੁਹਾਨੂੰ ਤਿਹਾੜ 'ਚ ਲੈ ਆਂਦਾ? ਬਿਲਕੁਲ ਪਹਿਲਾਂ ਇਹਨਾਂ ਨੇ ਪੁੱਛਿਆ ਸਾਡੇ ਕੋਲੋਂ, ਆਇਡੈਂਟੀਫਾਈ ਕੀਤਾ ਵੀ ਕੋਈ ਫੋਟੋਆਂ ਦਾ ਸਾਡੇ ਕੋਲ ਕੁਝ ਵੀ ਨਹੀਂ ਸੀ, ਨਾ ਕੋਈ ਇਦਾਂ ਦੀ ਕੋਈ ਫੋਟੋ ਸੀ ਸਾਡੇ ਮੋਬਾਈਲ 'ਚ, ਨਾ ਕੋਈ ਇਦਾਂ ਦੀ ਵੀਡੀਓ ਸੀ ਸਾਡੇ ਮੋਬਾਈਲ 'ਚ। ਤੇ ਉਦੋਂ ਤੇ ਸਾਨੂੰ ਭੇਜ ਦਿੱਤਾ ਤੇ 8 ਤਰੀਕ ਨੂੰ ਫਿਰ ਇਹਨਾਂ ਬੁਲਾ ਲਿਆ। ਉਦੋਂ ਮੇਰੇ ਘਰ ਮੇਰੇ ਬੇਟੇ ਨੂੰ ਚੋਟ ਵੱਜੀ ਸੀ, ਡਿੱਗਿਆ ਸੀ ਮੇਰਾ ਬੇਟਾ, 2.5 ਸਾਲ ਦਾ ਮੇਰਾ ਬੇਟਾ, ਉਹ ਡਿੱਗ ਪਿਆ ਸੀ ਤੇ ਮੈਂ ਵੀਰ ਜੀ ਵਰਾਂ ਨੂੰ ਕਿਹਾ ਮੈਂ ਘਰ ਜਾਣਾ ਹੈ, ਤੇ ਮੈਂ ਘਰ ਵਾਸਤੇ ਤਿਆਰ ਸਾਂ ਵੀ ਆਪਣੇ ਬੇਟੇ ਦਾ ਉੱਥੇ ਹਸਪੀਟਲ ਕਰਨਾਲ ਦਾਖਲ ਸੀ, ਪਰ ਇਹਨਾਂ ਨੇ ਮੈਨੂੰ ਜਾਣ ਨਹੀਂ ਦਿੱਤਾ। ਕਹਿੰਦੇ 5 ਮਿੰਟ ਵਾਸਤੇ ਆ ਜਾਓ, 5 ਮਿੰਟ 'ਚ ਤੁਹਾਨੂੰ ਅਸੀਂ ਭੇਜ ਦਿਆਂਗੇ। ਹੁਣ ਮੈਨੂੰ ਉੱਥੇ ਮੇਰੀ ਨਾ ਗੱਲ ਹੋ ਸਕੀ ਨਾ ਕੁਛ, ਹੁਣ ਮੈਨੂੰ ਇਹ ਵੀ ਨਹੀਂ ਸੀ ਪਤਾ ਵੀ ਮੇਰਾ ਬੇਟਾ ਹੈ ਵੀ ਹੈ ਕਿ ਨਹੀਂ ਗਾ, ਮੇਰੀ ਗੱਲ ਨਹੀਂ ਹੋ ਸਕੀ। ਅਜੇ ਤੱਕ ਨਹੀਂ ਹੋਈ ਤੁਹਾਡੀ ਗੱਲ? ਨਹੀਂ, ਹੁਣ ਤੇ ਮੇਰੀ ਗੱਲ ਹੋ ਗਈ ਹੈ, ਪਰ ਉਸ ਟਾਈਮ ਤੇ ਮੈਨੂੰ 4-5 ਦਿਨ ਮੈਂ ਕਿੱਦਾਂ ਕੱਟੇ ਮੈਨੂੰ ਕੋਈ ਪਤਾ ਹੀ ਨਹੀਂ ਮੇਰੇ ਬੇਟੇ ਬਾਰੇ। ਇੰਨਾ ਮੇਰੇ ਤੇ ਇੰਨਾ ਜ਼ੁਲਮ ਕੀਤਾ ਵੀ ਅਸੀਂ ਕਹਿੰਦੇ ਗੱਲ ਕਰਾਓ, ਗੱਲ ਵੀ ਨਹੀਂ ਕਰਾ ਸਕਦੇ। ਇਹ ਤਾਂ ਮੈਂਟਲੀ ਟੌਰਚਰ, ਕੋਈ ਸਰੀਰਕ ਟੌਰਚਰ ਕੀਤਾ ਤੁਹਾਨੂੰ? ਨਹੀਂ ਇਹ ਗੱਲ ਠੀਕ ਹੈ। ਚਲੋ ਟੌਰਚਰ ਬਹੁਤ ਰਿਹਾ ਹੈ। ਮੈਂਟਲੀ ਤੇ ਗੱਲਾਂ 'ਚ ਬਹੁਤ ਕਰਦੇ ਆ ਵੀ ਹਰ ਚੀਜ਼ ਪੁੱਛਣ ਦਾ ਵੀ ਤੁਸੀਂ ਕਿੱਥੋਂ ਆਏ, ਕਿੱਦਾਂ ਆਏ, ਤੁਹਾਨੂੰ ਬਸ ਇਹੀ ਹੈ ਵੀ ਕੁਛ ਨਾ ਕੁਛ ਇਹ ਕਹਿਣ ਵੀ ਇਹਨੇ ਭੇਜਿਆ, ਪਰ ਸਾਨੂੰ ਕਿਸੇ ਭੇਜਿਆ ਨਹੀਂ, ਅਸੀਂ ਤੇ ਆਪਣੀ ਸੇਵਾ ਵਾਸਤੇ ਖੁਦ ਤੁਰੇ ਸਾਂ। ਚਲੋ ਫਿਰ ਵੀ ਬਾਈ ਜੀ ਤੁਹਾਡਾ ਧੰਨਵਾਦ, ਆਪਣੇ ਪਰਿਵਾਰ ਦਾ ਖਿਆਲ ਰੱਖੋ, ਤੁਸੀਂ ਸੇਵਾ। ਆਪਣੀ ਪ੍ਰਬੰਧਕ ਕਮੇਟੀ ਗੁਰਦੁਆਰਾ ਸੈਕਟਰ 7 ਅਰੋਣੀ ਦਾ ਸਰਦਾਰ ਸੁਖਦੀਪ ਸਿੰਘ ਜੀ ਪ੍ਰਧਾਨ ਸਾਹਿਬ, ਸਰਦਾਰ ਤਰਲੋਚਨ ਸਿੰਘ ਜੀ, ਵੀਰ ਜੀ ਗੁਰਤਿੰਦਰ ਸਿੰਘ ਜੀ ਖੜੇ ਨੇ, ਵਿਕਰਮ ਸਿੰਘ, ਸਾਰਿਆਂ ਦਾ ਮੈਂ ਧੰਨਵਾਦ। ਬਾਈ ਹੁਣੇ ਜਿਹੜੇ ਆ ਜੇਲ੍ਹ ਤੋਂ ਬਾਹਰ ਆਏ ਆ, 307 ਦਾ ਪਰਚਾ ਇਹਨਾਂ ਦੇ ਉੱਪਰ ਪਾਇਆ। 26 ਤਰੀਕ ਨੂੰ ਇਹ ਨੌਜਵਾਨ ਦੇ ਵੱਲੋਂ ਪਾਣੀ ਪਿਲਾਇਆ ਗਿਆ ਸੀ। ਜਦੋਂ ਰਿੰਗ ਰੋਡ ਦੇ ਉੱਪਰ ਕਿਸਾਨ ਗਏ ਸੀ ਤਾਂ ਉਹਨਾਂ ਨੂੰ ਪਾਣੀ ਛਕਾਇਆ ਗਿਆ ਜਾਂ ਪਕੌੜਿਆਂ ਦਾ ਲੰਗਰ ਇਹਨਾਂ ਦੇ ਵੱਲੋਂ ਲਾਇਆ ਗਿਆ ਸੀ। ਤਾਂ ਇਹਨਾਂ ਦੀ ਨੰਬਰ ਪਲੇਟ ਤੋਂ ਜਿਹੜੀ ਬਾਈਕ ਦੀ ਨੰਬਰ ਪਲੇਟ ਸੀ, ਉਸ ਨੰਬਰ ਪਲੇਟ ਤੋਂ ਇਹਨਾਂ ਦੀ ਪਛਾਣ ਹੋਈ। ਪਹਿਲਾਂ ਇਹਨਾਂ ਨੂੰ ਬੁਲਾਇਆ ਗਿਆ ਕਿ ਪੁੱਛਗਿੱਛ ਲਈ ਆਓ, ਨੋਟਿਸ ਭੇਜੇ ਗਏ, ਜਿਸ ਤਰ੍ਹਾਂ ਆਮ ਤੌਰ ਦੇ ਉੱਪਰ ਨੋਟਿਸ ਭੇਜੇ ਜਾ ਰਹੇ ਆ ਸਾਰਿਆਂ ਨੂੰ। ਤਾਂ ਜਦੋਂ ਉਹ ਨੋਟਿਸ ਦੇ ਉੱਪਰ ਇਹ ਪੁੱਛਗਿੱਛ ਲਈ ਆਉਂਦੇ ਨੇ ਤਾਂ ਉਦੋਂ ਫਿਰ ਪੁੱਛਗਿੱਛ